ਸਵਾਗਤ ਕੀਤਾ ਜਾਂਦਾ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ DS ਸਟੱਡੀ ਸੈਂਟਰ। ਮੈਂ ਹਾਂ ਦਵਿੰਦਰ ਸਿੰਘ। ਦੋਸਤੋ, ਅੱਜ ਦੀ ਵੀਡੀਓ ਵਿੱਚ ਅਸੀਂ ਭਾਰਤ ਦੀਆਂ ਪ੍ਰਮੁੱਖ ਨਦੀਆਂ ਨਾਲ ਸੰਬੰਧਿਤ 50 ਮਹੱਤਵਪੂਰਨ MCQs ਪ੍ਰਸ਼ਨ ਡਿਸਕਸ ਕਰਾਂਗੇ, ਜੋ ਕਿ ਤੁਹਾਡੇ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਇੰਪੋਰਟੈਂਟ ਹਨ। ਇਸ ਲਈ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ। ਸੋ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਪ੍ਰਸ਼ਨ ਨੰਬਰ 1, ਹੇਠਾਂ ਦਿੱਤੀਆਂ ਨਦੀਆਂ ਵਿੱਚੋਂ ਕਿਸ ਨਦੀ ਦਾ ਆਰੰਭ ਨੇਪਾਲ ਵਿੱਚ ਹੁੰਦਾ ਹੈ ਅਤੇ ਇਹ ਗੰਗਾ ਨਦੀ ਵਿੱਚ ਆ ਕੇ ਮਿਲਦੀ ਹੈ? ਤੁਹਾਡੇ ਆਪਸ਼ਨ ਨੇ ਕੋਸੀ, ਜੇਹਲਮ, ਚਨਾਬ, ਰਾਵੀ। ਇਸ ਦਾ ਸਹੀ ਆਨਸਰ ਹੈ ਆਪਸ਼ਨ ਏ, ਕੋਸੀ। ਪ੍ਰਸ਼ਨ ਨੰਬਰ 2, ਹੇਠਾਂ ਦਿੱਤੀਆਂ ਨਦੀਆਂ ਵਿੱਚੋਂ ਕਿਹੜੀ ਨਦੀ ਭਾਰਤ ਵਿੱਚੋਂ ਨਿਕਲ ਕੇ ਪਾਕਿਸਤਾਨ ਵਿੱਚ ਦਾਖਲ ਹੁੰਦੀ ਹੈ? ਆਪਸ਼ਨ ਸਤਲੁਜ, ਘਾਘਰਾ, ਬੇਤਬਾ, ਤਾਪੀ। ਇਸ ਦਾ ਸਹੀ ਆਨਸਰ ਹੈ ਆਪਸ਼ਨ ਏ, ਸਤਲੁਜ। ਪ੍ਰਸ਼ਨ ਨੰਬਰ 3, ਗੰਗਾ ਨਦੀ ਦੇ ਦੋ ਪ੍ਰਮੁੱਖ ਸਰੋਤ ਕਿਹੜੇ ਹਨ? ਮੇਨ ਸੋਰਸ ਕਿਹੜੇ ਹਨ? ਇਸ ਦਾ ਸਹੀ ਆਨਸਰ ਹੈ ਆਪਸ਼ਨ ਏ, ਭਾਗੀਰਥੀ ਅਤੇ ਅਲਕਨੰਦਾ। ਇਹ ਗੰਗਾ ਨਦੀ ਦੇ ਦੋ ਪ੍ਰਮੁੱਖ ਸਰੋਤ ਹਨ। ਪ੍ਰਸ਼ਨ ਨੰਬਰ 4, ਭਾਗੀਰਥੀ ਅਤੇ ਅਲਕਨੰਦਾ ਗੰਗਾ ਵਿੱਚ ਕਿਸ ਸਥਾਨ 'ਤੇ ਆ ਕੇ ਮਿਲਦੀਆਂ ਹਨ? ਕਰਨਪ੍ਰਯਾਗ, ਦੇਵਪ੍ਰਯਾਗ, ਰੁਦਰਪ੍ਰਯਾਗ ਜਾਂ ਗੰਗੋਤਰੀ। ਇਸ ਦਾ ਸਹੀ ਆਨਸਰ ਹੈ ਆਪਸ਼ਨ ਬੀ, ਦੇਵਪ੍ਰਯਾਗ। ਦੇਵਪ੍ਰਯਾਗ ਪਲੇਸ 'ਤੇ ਇਹ ਦੋਵੇਂ ਭਾਗੀਰਥੀ ਅਤੇ ਅਲਕਨੰਦਾ ਗੰਗਾ ਨਦੀ ਦੇ ਵਿੱਚ ਆ ਕੇ ਮਿਲਦੀਆਂ ਹਨ। ਪ੍ਰਸ਼ਨ ਨੰਬਰ 5, ਕਿਸ ਸਥਾਨ 'ਤੇ ਭਾਗੀਰਥੀ ਅਤੇ ਅਲਕਨੰਦਾ ਨਦੀ ਆਪਸ ਵਿੱਚ ਮਿਲ ਕੇ ਗੰਗਾ ਨਦੀ ਬਣਦੀਆਂ ਹਨ? ਇਸ ਦਾ ਸਹੀ ਆਨਸਰ ਹੈ ਆਪਸ਼ਨ ਏ, ਦੇਵਪ੍ਰਯਾਗ। ਪ੍ਰਸ਼ਨ ਨੰਬਰ 6, ਭਾਰਤ ਦੀ ਸਭ ਤੋਂ ਵੱਡੀ ਨਦੀ ਕਿਹੜੀ ਹੈ? ਸਭ ਤੋਂ ਲੌਂਗੈਸਟ ਰਿਵਰ ਕਿਹੜੀ ਹੈ? ਇਸ ਦਾ ਸਹੀ ਆਨਸਰ ਹੈ ਆਪਸ਼ਨ ਡੀ, ਗੰਗਾ ਨਦੀ, ਜਿਸ ਦੀ ਲੰਬਾਈ ਲਗਭਗ 2525 ਕਿਲੋਮੀਟਰ ਬਣਦੀ ਹੈ। ਇਹ ਭਾਰਤ ਦੀ ਸਭ ਤੋਂ ਵੱਡੀ ਨਦੀ ਹੈ। ਪ੍ਰਸ਼ਨ ਨੰਬਰ 7, ਕਿਸ ਨਦੀ ਦੇ ਬੇਸਿਨ ਨੂੰ ਭਾਰਤ ਦੇ ਉੱਤਰੀ 10 ਰਾਜਾਂ ਦੁਆਰਾ ਵੰਡਿਆ ਗਿਆ ਹੈ? ਬੇਸਿਨ ਦਾ ਭਾਵ ਹੁੰਦਾ ਕਿ ਨਦੀ ਦਾ ਪਾਣੀ ਕਿੱਥੋਂ ਤੱਕ ਪਹੁੰਚਿਆ ਹੋਇਆ। ਆਪਸ਼ਨ ਸਿੰਧ, ਬ੍ਰਹਮਪੁੱਤਰ, ਗੰਗਾ ਜਾਂ ਦਮੋਦਰ। ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ, ਗੰਗਾ। ਪ੍ਰਸ਼ਨ ਨੰਬਰ 8, ਗੰਗਾ ਦੀ ਸਹਾਇਕ ਨਦੀ ਜੋ ਉੱਤਰ ਵੱਲ ਨੂੰ ਵਹਿੰਦੀ ਹੈ। ਗੰਗਾ ਦੀ ਸਹਾਇਕ ਨਦੀ ਜੋ ਉੱਤਰ ਵੱਲ ਨੂੰ ਵਹਿੰਦੀ ਹੈ। ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ, ਸੋਨ ਰਿਵਰ। ਪ੍ਰਸ਼ਨ ਨੰਬਰ 9, ਗੰਗਾ ਨਦੀ ਦੀ ਸਹਾਇਕ ਨਦੀਆਂ ਦਾ ਪੱਛਮ ਤੋਂ ਪੂਰਬ ਵੱਲ ਸਹੀ ਤਰਤੀਬ ਕਿਹੜੀ ਹੈ? ਪੱਛਮ ਤੋਂ ਪੂਰਬ ਵੱਲ ਸਹੀ ਤਰਤੀਬ। ਇਸ ਦਾ ਸਹੀ ਆਨਸਰ ਹੈ ਆਪਸ਼ਨ ਏ, ਜਮੁਨਾ, ਘਾਘਰਾ, ਗੰਡਕ, ਕੋਸੀ। ਪ੍ਰਸ਼ਨ ਨੰਬਰ 10, ਗੋਦਾਵਰੀ ਨਦੀ ਦਾ ਉਦਗਮ ਬਿੰਦੂ ਓਰੀਜਨੇਟ ਪੁਆਇੰਟ ਕੀ ਹੈ? ਯਾਨੀ ਕਿ ਗੋਦਾਵਰੀ ਨਦੀ ਕਿੱਥੋਂ ਨਿਕਲਦੀ ਹੈ? ਇਸ ਦਾ ਸਹੀ ਆਨਸਰ ਹੈ ਆਪਸ਼ਨ ਏ, ਨਾਸਿਕ। ਪ੍ਰਸ਼ਨ ਨੰਬਰ 11, ਪ੍ਰਾਦੀਪ ਭਾਰਤ ਦੀ ਸਭ ਤੋਂ ਲੰਮੀ ਨਦੀ ਕਿਹੜੀ ਹੈ? ਪੈਨੀਨਸੂਲਰ ਇੰਡੀਆ ਦੀ ਸਭ ਤੋਂ ਲੰਮੀ ਨਦੀ। ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ, ਗੋਦਾਵਰੀ, ਜੋ ਕਿ ਪ੍ਰਾਦੀਪੀ ਭਾਰਤ ਦੀ ਸਭ ਤੋਂ ਲੰਮੀ ਨਦੀ ਹੈ। ਪ੍ਰਸ਼ਨ ਨੰਬਰ 12, ਦੱਖਣੀ ਭਾਰਤੀ ਨਦੀਆਂ ਵਿੱਚੋਂ ਸਭ ਤੋਂ ਲੰਮੀ ਨਦੀ ਕਿਹੜੀ ਹੈ? ਇਸ ਦਾ ਵੀ ਸਹੀ ਆਨਸਰ ਹੈ ਆਪਸ਼ਨ ਏ, ਗੋਦਾਵਰੀ। ਪ੍ਰਸ਼ਨ ਨੰਬਰ 13, ਹੇਠਾਂ ਲਿਖੀਆਂ ਨਦੀਆਂ ਵਿੱਚੋਂ ਕਿਸ ਨਦੀ ਦਾ ਜਲ ਗ੍ਰਹਿਣ ਖੇਤਰ ਯਾਨੀ ਕਿ ਵਾਟਰ ਕੈਚਮੈਂਟ ਏਰੀਆ ਸਭ ਤੋਂ ਵੱਡਾ ਹੈ? ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ, ਗੋਦਾਵਰੀ। ਪ੍ਰਸ਼ਨ ਨੰਬਰ 14, ਗੋਦਾਵਰੀ ਨਦੀ ਕਿਹੜੇ ਰਾਜਾਂ ਵਿੱਚੋਂ ਹੋ ਕੇ ਵਹਿੰਦੀ ਹੈ? ਇਸ ਦਾ ਸਹੀ ਆਨਸਰ ਹੈ ਆਪਸ਼ਨ ਏ, ਮਹਾਰਾਸ਼ਟਰ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼। ਪ੍ਰਸ਼ਨ ਨੰਬਰ 15, ਹੇਠਾਂ ਲਿਖੀਆਂ ਨਦੀਆਂ ਵਿੱਚੋਂ ਕਿਸ ਨਦੀ ਨੂੰ ਦੱਖਣੀ ਭਾਰਤ ਦੀ ਗੰਗਾ ਕਹਿੰਦੇ ਹਨ? ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ, ਗੋਦਾਵਰੀ। ਗੋਦਾਵਰੀ ਨੂੰ ਦੱਖਣੀ ਭਾਰਤ ਦੀ ਗੰਗਾ ਕਹਿੰਦੇ ਹਨ। ਪ੍ਰਸ਼ਨ ਨੰਬਰ 16, ਭਾਰਤ ਦੇ ਦੱਖਣੀ ਪ੍ਰਾਦੀਪ ਵਿੱਚ ਕਿਹੜੀ ਨਦੀ ਦੇਸ਼ ਦਾ ਦੂਸਰਾ ਸਭ ਤੋਂ ਵੱਡਾ ਨਦੀ ਖੇਤਰ ਦਾ ਨਿਰਮਾਣ ਕਰਦੀ ਹੈ? ਇਸ ਦਾ ਸਹੀ ਆਨਸਰ ਹੈ ਆਪਸ਼ਨ ਏ, ਗੋਦਾਵਰੀ। ਪ੍ਰਸ਼ਨ ਨੰਬਰ 17,
ਭਾਰਤ ਦੀ ਕਿਹੜੀ ਨਦੀ ਨੂੰ ਬਿਰਧ ਗੰਗਾ ਓਲਡ ਗੰਗਾ ਵੀ ਕਿਹਾ ਜਾਂਦਾ ਹੈ? ਇਸ ਦਾ ਸਹੀ ਆਨਸਰ ਹੈ ਆਪਸ਼ਨ ਬੀ ਗੋਦਾਵਰੀ। ਗੋਦਾਵਰੀ ਨੂੰ ਭਾਰਤ ਦੀ ਬਿਰਧ ਗੰਗਾ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 18, ਕਾਵੇਰੀ ਨਦੀ ਦਾ ਉਦਗਮ ਸਰੋਤ ਓਰੀਜਨੇਟ ਸੋਰਸ ਕੀ ਹੈ? ਇਹ ਕਿੱਥੋਂ ਨਿਕਲਦੀ ਹੈ ਕਾਵੇਰੀ ਨਦੀ? ਇਸ ਦਾ ਸਹੀ ਆਨਸਰ ਹੈ ਆਪਸ਼ਨ ਏ ਬ੍ਰਹਮਗਿਰੀ ਪਹਾੜੀਆਂ। ਬ੍ਰਹਮਗਿਰੀ ਦੀਆਂ ਪਹਾੜੀਆਂ ਤੋਂ ਕਾਵੇਰੀ ਨਦੀ ਨਿਕਲਦੀ ਹੈ। ਪ੍ਰਸ਼ਨ ਨੰਬਰ 19, ਕਾਵੇਰੀ ਨਦੀ ਡਿੱਗਦੀ ਹੈ। ਕਾਵੇਰੀ ਨਦੀ ਬੰਗਾਲ ਦੀ ਖਾੜੀ ਵਿੱਚ ਬੇ ਆਫ ਬੰਗਾਲ ਵਿੱਚ ਡਿੱਗਦੀ ਹੈ। ਪ੍ਰਸ਼ਨ ਨੰਬਰ 20, ਪ੍ਰਾਦੀਪ ਭਾਰਤ ਦੀ ਇੱਕਮਾਤਰ 12ਮਾਹ ਪੈਰੇਨੀਅਲ ਨਦੀ ਕਿਹੜੀ ਹੈ, ਜਿਹੜੀ ਕਿ ਸਾਰਾ ਸਾਲ ਵਹਿੰਦੀ ਹੈ? ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ ਕ੍ਰਿਸ਼ਨਾ ਨਦੀ, ਜੋ ਕਿ ਇੱਕਮਾਤਰ 12ਮਾਹ ਯਾਨੀ ਕਿ ਸਾਰਾ ਸਾਲ ਵਹਿਣ ਵਾਲੀ ਨਦੀ ਹੈ। ਪ੍ਰਸ਼ਨ ਨੰਬਰ 21, ਕਾਵੇਰੀ ਨਦੀ ਜਲ ਵਿਵਾਦ ਕਾਵੇਰੀ ਵਾਟਰ ਡਿਸਪਿਊਟ ਮੁੱਖ ਰੂਪ ਵਿੱਚ ਕਿਹੜੇ ਦੋ ਰਾਜਾਂ ਵਿਚਕਾਰ ਫੈਲਿਆ ਹੋਇਆ ਹੈ? ਇਸ ਦਾ ਸਹੀ ਆਨਸਰ ਹੈ ਆਪਸ਼ਨ ਡੀ ਕਰਨਾਟਕ ਅਤੇ ਤਾਮਿਲਨਾਡੂ। ਕਾਵੇਰੀ ਜਲ ਵਿਵਾਦ ਕਰਨਾਟਕ ਅਤੇ ਤਾਮਿਲਨਾਡੂ ਦੋ ਰਾਜਾਂ ਨਾਲ ਸੰਬੰਧਿਤ ਹੈ। ਪ੍ਰਸ਼ਨ ਨੰਬਰ 22, ਉੱਤਰ ਪੂਰਬ ਵਿੱਚ ਵਹਿਣ ਵਾਲੀ ਪ੍ਰਮੁੱਖ ਨਦੀ। ਉੱਤਰ ਪੂਰਬ ਭਾਰਤ ਵਿੱਚ ਵਹਿਣ ਵਾਲੀ ਪ੍ਰਮੁੱਖ ਨਦੀ ਕਿਹੜੀ ਹੈ? ਇਸ ਦਾ ਸਹੀ ਆਨਸਰ ਹੈ ਆਪਸ਼ਨ ਏ ਬ੍ਰਹਮਪੁੱਤਰ। ਪ੍ਰਸ਼ਨ ਨੰਬਰ 23, ਇਹਨਾਂ ਵਿੱਚੋਂ ਕਿਹੜੀ ਨਦੀ ਦਾ ਆਰੰਭ ਭਾਰਤ ਵਿੱਚ ਨਹੀਂ ਹੋਇਆ? ਇਹਨਾਂ ਵਿੱਚੋਂ ਕਿਹੜੀ ਨਦੀ ਦਾ ਆਰੰਭ ਭਾਰਤ ਵਿੱਚ ਨਹੀਂ ਹੋਇਆ? ਇਸ ਦਾ ਸਹੀ ਆਨਸਰ ਹੈ ਆਪਸ਼ਨ ਡੀ ਬ੍ਰਹਮਪੁੱਤਰ। ਪ੍ਰਸ਼ਨ ਨੰਬਰ 24, ਬ੍ਰਹਮਪੁੱਤਰ ਨਦੀ ਕਿਸ ਗਲੇਸ਼ੀਅਰ ਵਿੱਚੋਂ ਨਿਕਲਦੀ ਹੈ, ਯਾਨੀ ਕਿ ਕਿਸ ਬਰਫ਼ ਦੇ ਤੋਦੇ ਦੇ ਵਿੱਚੋਂ ਨਿਕਲਦੀ ਹੈ? ਇਸ ਦਾ ਸਹੀ ਆਨਸਰ ਹੈ ਆਪਸ਼ਨ ਡੀ ਚੇਮਾਯੁੰਗਡੁੰਗ। ਚੇਮਾਯੁੰਗਡੁੰਗ ਨਾਂ ਦੇ ਗਲੇਸ਼ੀਅਰ ਤੋਂ ਬ੍ਰਹਮਪੁੱਤਰ ਨਦੀ ਨਿਕਲਦੀ ਹੈ। ਪ੍ਰਸ਼ਨ ਨੰਬਰ 25, ਭਾਰਤ 'ਚ ਜਰਲੁੰਗ ਜੰਗਬੋ ਨਦੀ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ ਬ੍ਰਹਮਪੁੱਤਰ ਨੂੰ ਭਾਰਤ ਵਿੱਚ ਜਰਲੁੰਗ ਜੰਗਬੋ ਨਦੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪ੍ਰਸ਼ਨ ਨੰਬਰ 26, ਹੇਠਾਂ ਲਿਖੀਆਂ ਨਦੀਆਂ ਵਿੱਚੋਂ ਕਿਸ ਨਦੀ ਨੂੰ ਸਾਂਗਪੋ ਵੀ ਕਿਹਾ ਜਾਂਦਾ ਹੈ? ਸਾਂਗਪੋ। ਇਸ ਦਾ ਸਹੀ ਆਨਸਰ ਹੈ ਆਪਸ਼ਨ ਡੀ ਬ੍ਰਹਮਪੁੱਤਰ। ਪ੍ਰਸ਼ਨ ਨੰਬਰ 27, ਤਿੱਬਤ ਵਿੱਚ ਕਿਸ ਨਦੀ ਦਾ ਦੂਸਰਾ ਨਾਮ ਤਸਾਂਗਪੋ ਹੈ? ਤਿੱਬਤ ਵਿੱਚ ਕਿਸ ਨਦੀ ਦਾ ਦੂਸਰਾ ਨਾਮ ਤਸਾਂਗਪੋ ਹੈ? ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ ਬ੍ਰਹਮਪੁੱਤਰ। ਪ੍ਰਸ਼ਨ ਨੰਬਰ 28, ਅਰੁਣਾਚਲ ਪ੍ਰਦੇਸ਼ ਵਿੱਚ ਦਾਖਲ ਹੋ ਕੇ ਬ੍ਰਹਮਪੁੱਤਰ ਨੂੰ ਕਿਸ ਨਾਮ ਨਾਲ ਪੁਕਾਰਿਆ ਜਾਂਦਾ ਹੈ? ਇਸ ਦਾ ਸਹੀ ਆਨਸਰ ਹੈ ਆਪਸ਼ਨ ਬੀ ਦਿਹਾਂਗ। ਅਰੁਣਾਚਲ ਪ੍ਰਦੇਸ਼ ਵਿੱਚ ਬ੍ਰਹਮਪੁੱਤਰ ਨੂੰ ਦਿਹਾਂਗ ਨਾਮ ਨਾਲ ਪੁਕਾਰਿਆ ਜਾਂਦਾ ਹੈ। ਪ੍ਰਸ਼ਨ ਨੰਬਰ 29, ਮਾਨਸ ਕਿਸ ਨਦੀ ਦੀ ਸਹਾਇਕ ਨਦੀ ਹੈ? ਇਸ ਦਾ ਸਹੀ ਆਨਸਰ ਹੈ ਆਪਸ਼ਨ ਡੀ ਬ੍ਰਹਮਪੁੱਤਰ। ਪ੍ਰਸ਼ਨ ਨੰਬਰ 30, ਕੋਪੀਲੀ ਕਿਸ ਦੀ ਸਹਾਇਕ ਨਦੀ ਹੈ? ਕੋਪੀਲੀ ਨਦੀ। ਇਸ ਦਾ ਸਹੀ ਆਨਸਰ ਹੈ ਆਪਸ਼ਨ ਡੀ ਬ੍ਰਹਮਪੁੱਤਰ। ਪ੍ਰਸ਼ਨ ਨੰਬਰ 31, ਮੇਘਨਾ ਕਿਹੜੀਆਂ ਦੋ ਨਦੀਆਂ ਦੀ ਧਾਰਾ ਹੈ? ਮੇਘਨਾ ਰਿਵਰ ਕਿਹੜੀਆਂ ਦੋ ਨਦੀਆਂ ਦੀ ਧਾਰਾ ਹੈ? ਇਸ ਦਾ ਸਹੀ ਆਨਸਰ ਹੈ ਆਪਸ਼ਨ ਡੀ ਗੰਗਾ ਅਤੇ ਬ੍ਰਹਮਪੁੱਤਰ। ਗੰਗਾ ਅਤੇ ਬ੍ਰਹਮਪੁੱਤਰ ਮੇਘਨਾ ਇਹਨਾਂ ਦੋ ਨਦੀਆਂ ਦੀ ਸਾਂਝੀ ਧਾਰਾ ਹੈ। ਪ੍ਰਸ਼ਨ ਨੰਬਰ 32, ਸਿੰਧ ਨਦੀ ਦਾ ਉਦਗਮ ਓਰੀਜਨ ਕਿੱਥੋਂ ਹੁੰਦਾ ਹੈ? ਸਿੰਧ ਦਰਿਆ ਦਾ ਉਦਗਮ ਕਿੱਥੋਂ ਹੁੰਦਾ ਹੈ? ਇਸ ਦਾ ਸਹੀ ਆਨਸਰ ਹੈ ਆਪਸ਼ਨ ਡੀ ਕੈਲਾਸ਼ ਪਰਬਤਮਾਲਾ ਤੋਂ। ਪ੍ਰਸ਼ਨ ਨੰਬਰ 33, ਸਿੰਧ ਦਰਿਆ ਕਿੱਥੋਂ ਨਿਕਲਦਾ ਹੈ? ਅਸੀਂ ਪ੍ਰਸ਼ਨ ਨੰਬਰ 32 'ਚ ਪੜ੍ਹਿਆ ਸੀ ਕਿ ਸਿੰਧ ਦਰਿਆ ਓਰੀਜਨ ਕਿੱਥੋਂ ਹੁੰਦਾ ਹੈ? ਕੈਲਾਸ਼ ਪਰਬਤਮਾਲਾ ਵਿੱਚੋਂ। ਹੁਣ ਅਸੀਂ ਦੱਸਣਾ ਕਿ ਸਿੰਧ ਦਰਿਆ ਕਿੱਥੋਂ ਨਿਕਲਦਾ ਹੈ। ਸਿੰਧ ਦਰਿਆ, ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ ਮਾਨਸਰੋਵਰ ਝੀਲ ਵਿੱਚੋਂ ਨਿਕਲਦਾ ਹੈ। ਪ੍ਰਸ਼ਨ ਨੰਬਰ 34, ਇਹਨਾਂ ਵਿੱਚੋਂ ਕਿਹੜੀ ਨਦੀ ਹਿਮਾਲਿਆ ਪਾਰ ਤੋਂ ਨਿਕਲਦੀ ਹੈ? ਆਊਟ ਆਫ ਹਿਮਾਲਿਆ ਤੋਂ ਨਿਕਲਦੀ ਹੈ। ਇਸ ਦਾ ਸਹੀ ਆਨਸਰ ਹੈ ਆਪਸ਼ਨ ਏ ਸਿੰਧ। ਪ੍ਰਸ਼ਨ ਨੰਬਰ 35, ਪੰਜਾਬ ਦੇ ਨਿਰਮਾਣ ਵਿੱਚ ਸਭ ਤੋਂ ਮਹੱਤਵਪੂਰਨ ਨਦੀ ਕਿਹੜੀ ਹੈ?
ਇਸ ਦਾ ਸਹੀ ਆਨਸਰ ਹੈ ਆਪਸ਼ਨ ਡੀ ਸਿੰਧ। ਪ੍ਰਸ਼ਨ ਨੰਬਰ 36 दामोदर दरिया निकलता है। ऑप्शन तिब्बत पठार, छोटा नागपुर पठार, नैनीताल के कोलों ਜਾਂ ਹਿਮਾਲਿਆ ਪਰਬਤ। ਇਸ ਦਾ ਸਹੀ ਆਨਸਰ ਹੈ ਆਪਸ਼ਨ ਬੀ ਛੋਟਾ ਨਾਗਪੁਰ ਪਠਾਰ ਤੋਂ। ਪ੍ਰਸ਼ਨ ਨੰਬਰ 37 ਭਾਰਤ ਦੀ ਕਿਹੜੀ ਨਦੀ ਨੂੰ ਖੁੱਲ੍ਹਾ ਨਾਲਾ ਕਿਹਾ ਜਾਂਦਾ ਹੈ? ਓਪਨ ਨਾਲਾ। ਇਸ ਦਾ ਸਹੀ ਆਨਸਰ ਹੈ ਆਪਸ਼ਨ ਏ ਗੰਗਾ ਨਦੀ, ਕਿਉਂਕਿ ਗੰਗਾ ਨਦੀ ਕਾफ़ी ज़्यादा ਗੰਦੀ ਸੀ, ਇਸ ਲਈ ਇਸ ਨੂੰ ਖੁੱਲ੍ਹਾ ਨਾਲਾ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 38 ਬੇਤਵਾ ਨਦੀ ਆ ਮਿਲਦੀ ਹੈ। ਬੇਤਵਾ ਨਦੀ ਕਿਸ ਨਦੀ 'ਚ ਆ ਮਿਲਦੀ ਹੈ? ਇਸ ਦਾ ਸਹੀ ਆਨਸਰ ਹੈ ਆਪਸ਼ਨ ਬੀ ਜਮਨਾ ਨਾਲ। ਪ੍ਰਸ਼ਨ ਨੰਬਰ 39 ਨਿਮਨਲਿਖਤ ਕਿਹੜੀ ਨਦੀ ਦੇ ਮੁਹਾਨੇ 'ਤੇ ਡੈਲਟਾ ਨਹੀਂ ਬਣਦਾ? ਕਾਵੇਰੀ, ਮਹਾਨਦੀ, ਗੋਦਾਵਰੀ, ਤਾਪਤੀ। ਇਹਨਾਂ ਵਿੱਚੋਂ ਸਹੀ ਆਨਸਰ ਹੈ ਆਪਸ਼ਨ ਡੀ ਤਾਪਤੀ। ਪ੍ਰਸ਼ਨ ਨੰਬਰ 40 ਹੇਠਾਂ ਦਿੱਤੀਆਂ ਨਦੀਆਂ ਵਿੱਚੋਂ ਕਿਹੜੀ ਨਦੀ ਆਪਣਾ ਮਾਰਗ ਬਦਲਦੀ ਰਹਿੰਦੀ ਹੈ, ਚੇਂਜ ਦਾ ਪਾਥ ਕਰਦੀ ਰਹਿੰਦੀ ਹੈ? ਇਸ ਦਾ ਸਹੀ ਆਨਸਰ ਹੈ ਆਪਸ਼ਨ ਬੀ ਕੋਸੀ। ਪ੍ਰਸ਼ਨ ਨੰਬਰ 41 ਇਹਨਾਂ ਵਿੱਚੋਂ ਕਿਹੜੀ ਨਦੀ ਗੰਗਾ ਵਿੱਚ ਦੱਖਣ ਵੱਲੋਂ ਮਿਲਦੀ ਹੈ? ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ ਸੋਨ ਨਦੀ। ਪ੍ਰਸ਼ਨ ਨੰਬਰ 42 ਭਾਰਤ ਵਿੱਚ ਡੈਲਟਾ ਬਣਾਉਣ ਵਾਲੀਆਂ ਨਦੀਆਂ ਹਨ? ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ ਕਾਵੇਰੀ, ਗੰਗਾ, ਮਹਾਨਦੀ। ਇਹ ਤਿੰਨੋਂ ਨਦੀ ਆਪਣੇ ਆਪਣੇ ਮਾਰਗ 'ਤੇ ਜਾ ਕੇ ਡੈਲਟਾ ਬਣਾਉਂਦੀਆਂ ਹਨ। ਪ੍ਰਸ਼ਨ ਨੰਬਰ 43 ਸੁੰਦਰਬਨ ਡੈਲਟਾ ਦਾ ਨਿਰਮਾਣ ਕਰਨ ਵਾਲੀਆਂ ਨਦੀਆਂ ਹਨ? ਇਸ ਦਾ ਸਹੀ ਆਨਸਰ ਹੈ ਆਪਸ਼ਨ ਏ ਗੰਗਾ ਅਤੇ ਬ੍ਰਹਮਪੁੱਤਰਾ। ਇਹ ਦੋਨੇ ਨਦੀਆਂ ਮਿਲ ਕੇ ਸੁੰਦਰਬਨ ਡੈਲਟਾ ਬਣਾਉਂਦੀਆਂ ਹਨ। ਪ੍ਰਸ਼ਨ ਨੰਬਰ 44 ਨਰਮਦਾ ਨਦੀ ਕਿਸ ਸਥਾਨ ਤੋਂ ਨਿਕਲਦੀ ਹੈ? ਨਰਮਦਾ ਨਦੀ। ਇਸ ਦਾ ਸਹੀ ਆਨਸਰ ਹੈ ਆਪਸ਼ਨ ਏ ਅਮਰਕੰਟਕ। ਪ੍ਰਸ਼ਨ ਨੰਬਰ 45 ਇਹਨਾਂ ਵਿੱਚੋਂ ਕਿਹੜੀਆਂ ਨਦੀਆਂ ਅਮਰਕੰਟਕ ਤੋਂ ਨਿਕਲਦੀਆਂ ਹਨ? ਇਸ ਦਾ ਸਹੀ ਆਨਸਰ ਹੈ ਆਪਸ਼ਨ ਬੀ ਨਰਮਦਾ ਅਤੇ ਸੋਨ। ਇਹ ਦੋਵੇਂ ਨਦੀਆਂ ਨਰਮਦਾ ਅਮਰਕੰਟਕ ਨਾਂ ਦੇ ਸਥਾਨ ਤੋਂ ਨਿਕਲਦੀਆਂ ਹਨ, ਨਰਮਦਾ ਅਤੇ ਸੋਨ। ਪ੍ਰਸ਼ਨ ਨੰਬਰ 46 ਪ੍ਰਾਦੀਪੀ ਭਾਰਤ ਪੈਨੀਸੂਲਾ ਇੰਡੀਆ ਦੀ ਕਿਹੜੀ ਨਦੀ ਅਰਬ ਸਾਗਰ ਵਿੱਚ ਨਹੀਂ ਮਿਲਦੀ? ਇਸ ਦਾ ਸਹੀ ਆਨਸਰ ਹੈ ਆਪਸ਼ਨ ਬੀ ਕਾਵੇਰੀ, ਕਿਉਂਕਿ ਕਾਵੇਰੀ ਨਦੀ ਬੇ ਆਫ ਬੰਗਾਲ ਵਿੱਚ ਜਾ ਕੇ ਡਿੱਗਦੀ ਹੈ। ਪ੍ਰਸ਼ਨ ਨੰਬਰ 47 ਇਹਨਾਂ ਵਿੱਚੋਂ ਕਿਹੜੀ ਨਦੀ ਪੱਛਮ ਵੱਲੋਂ ਵਹਿੰਦੀ ਹੈ ਅਤੇ ਅਰਬ ਸਾਗਰ ਵਿੱਚ ਜਾ ਕੇ ਡਿੱਗਦੀ ਹੈ? ਇਸ ਦਾ ਸਹੀ ਆਨਸਰ ਹੈ ਆਪਸ਼ਨ ਏ ਨਰਮਦਾ। ਪ੍ਰਸ਼ਨ ਨੰਬਰ 48 ਇਹਨਾਂ ਵਿੱਚੋਂ ਕਿਹੜੀ ਨਦੀ ਵਿੰਧਿਆ ਅਤੇ ਸਤਪੁੜਾ ਪਰਬਤ ਸ਼੍ਰੇਣੀਆਂ ਵਿੱਚੋਂ ਹੋ ਕੇ ਗੁਜ਼ਰਦੀ ਹੈ? ਇਸ ਦਾ ਸਹੀ ਆਨਸਰ ਹੈ ਆਪਸ਼ਨ ਏ ਨਰਮਦਾ। ਪ੍ਰਸ਼ਨ ਨੰਬਰ 49 ਇਹਨਾਂ ਵਿੱਚੋਂ ਕਿਹੜਾ ਸੂਬਾ ਨਰਮਦਾ ਘਾਟੀ ਦਾ ਹਿੱਸਾ ਨਹੀਂ ਹੈ? ਇਸ ਦਾ ਸਹੀ ਆਨਸਰ ਹੈ ਆਪਸ਼ਨ ਬੀ ਰਾਜਸਥਾਨ। ਪ੍ਰਸ਼ਨ ਨੰਬਰ 50 ਨਰਮਦਾ ਜਲ ਆਯੋਗ ਨਰਮਦਾ ਵਾਟਰ ਡਿਸਪਿਊਟ ਟ੍ਰਿਬਿਊਨਲ ਦਾ ਗਠਨ ਕਿਹੜੇ ਰਾਜਾਂ ਦੇ ਜਲ ਬਟਵਾਰੇ ਨੂੰ ਸੁਲਝਾਉਣ ਲਈ ਕੀਤਾ ਗਿਆ ਸੀ? ਬਹੁਤ ਇੰਪੋਰਟੈਂਟ ਕੁਐਸਚਨ ਆ। ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ ਗੁਜਰਾਤ, ਮਹਾਰਾਸ਼ਟਰ, ਰਾਜਸਥਾਨ ਅਤੇ ਮੱਧ ਪ੍ਰਦੇਸ਼। ਦੋਸਤੋ ਆਸ ਕਰਦਾ ਹਾਂ ਮੈਂ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਅੱਛੀ ਲੱਗੀ ਹੋਵੇਗੀ। ਇਸ ਤਰ੍ਹਾਂ ਦੀ ਵੀਡੀਓਜ਼ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਧੰਨਵਾਦ।